हेलो बेटा, ਹੁਣ ਵਾਰੀ ਆ ਗਈ ਤੁਹਾਡੀ ਸੈਲਫ ਚੈੱਕ ਕਰਨ ਦੀ। ਆਨਸਰਸ ਦੇ ਸਮੇਤ ਇਹ ਸਾਰੀ ਵੀਡੀਓ ਹੈ। ਤੁਸੀਂ ਆਪਣੇ ਆਨਸਰਸ ਦੇ ਨਾਲ ਮੇਲ ਕਰਾ ਕੇ ਜਿੰਨੇ ਤੁਹਾਡੇ ਇਮਾਨਦਾਰੀ ਨਾਲ ਮਾਰਕਸ ਬਣਦੇ ਹੈ ਉਹ ਲਗਾ ਕੇ ਪਿਕ ਖਿੱਚਣੀ ਹੈ ਤੇ WhatsApp ਗਰੁੱਪ ਵਿੱਚ ਸੈਂਡ ਕਰ ਦੇਣੀ ਹੈ। ਸ਼ਾਬਾਸ਼ ਬੇਟਾ, ਵੈਰੀ ਗੁੱਡ। ਪਹਿਲਾ ਪ੍ਰਸ਼ਨ ਹੈ ਬੇਟਾ, ਵਿਸ਼ਵ ਮੌਸਮ ਸੰਗਠਨ ਡੈਸ਼ ਸਾਲਾਂ ਦੀ ਅਵਧੀ ਦੇ ਦੌਰਾਨ ਜਲਵਾਯੂ ਤੱਤਾਂ ਦੀ ਔਸਤ ਕੱਢ ਕੇ ਜਲਵਾਯੂ ਦਾ ਨਿਰਧਾਰਨ ਕਰਦਾ ਹੈ। ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ describes climate as an arithmetic average of a climate element over a dash year period। ਵਿਸ਼ਵ ਮੌਸਮ ਸੰਗਠਨ ਡੈਸ਼ ਸਾਲਾਂ ਦੀ ਅਵਧੀ ਦੌਰਾਨ ਜਲਵਾਯੂ ਦੇ ਤੱਤਾਂ ਦੀ ਔਸਤ ਕੱਢ ਕੇ ਜਲਵਾਯੂ ਨਿਰਧਾਰਿਤ ਕਰਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ A 20, B 30, C 40 ਜਾਂ D 50। ਆਈ ਰਿਪੀਟ A 20, B 30, C 40 or D 50। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਇੱਕ ਖਾਸ ਇਲਾਕੇ ਵਿੱਚ ਲੰਬੇ ਸਮੇਂ ਦੌਰਾਨ ਤਾਪਮਾਨ, ਨਮੀ, ਵਾਯੂ ਦਾਬ, ਪੌਣਾ, ਵਰਖਾ, ਹੋਰ ਵਾਯੂਮੰਡਲੀ ਤੱਤ ਅਤੇ ਬਾਕੀ ਮੌਸਮੀ ਤਬਦੀਲੀਆਂ ਜੋ ਹੁੰਦੀਆਂ ਉਹਨਾਂ ਦੇ ਨਮੂਨੇ ਦਾ ਅਨੁਮਾਨ ਲਗਾ ਕੇ ਡੈਸ਼ ਮਾਪਿਆ ਜਾਂਦਾ ਹੈ। ਆਈ ਰਿਪੀਟ, dash is measured by assessing the patterns of variation in temperature, humidity, atmospheric pressure, wind, precipitation, atmospheric particle count, and other meteorological variables in a given region over long periods of time। ਕਿਸੇ ਦਿੱਤੇ ਇਲਾਕੇ ਵਿੱਚ ਲੰਮੇ ਸਮੇਂ ਦੌਰਾਨ ਤਾਪਮਾਨ, ਨਮੀ, ਵਾਯੂ ਦਾਬ, ਪੌਣਾ, ਵਰਖਾ, ਵਾਯੂਮੰਡਲੀ ਤੱਤਾਂ ਦੀ ਗਿਣਤੀ ਅਤੇ ਹੋਰ ਮੌਸਮੀ ਤਬਦੀਲੀਆਂ ਦੇ ਨਮੂਨੇ ਨੂੰ ਮਾਪ ਕੇ ਡੈਸ਼ ਮਾਪਿਆ ਜਾਂਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ A ਮੌਸਮ, B ਜਲਵਾਯੂ, C ਵਰਖਾ ਜਾਂ D ਧੁੱਪ। ਆਈ ਰਿਪੀਟ, A weather, B climate, C rainfall or D sunlight। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਹਿਮਾਲਿਆ ਦੇ ਪਹਾੜ ਭਾਰਤ ਦੇ ਡੈਸ਼ ਖੇਤਰ ਦੇ ਮੌਸਮ ਉੱਤੇ ਪ੍ਰਭਾਵ ਪਾਉਂਦੇ ਹਨ। ਹਿਮਾਲਯਨ ਮਾਊਂਟੇਨਸ ਇਨ ਇੰਡੀਆ ਇਫੈਕਟ ਦ ਵੈਦਰ ਆਫ ਡੈਸ਼ ਇੰਡੀਆ। ਹਿਮਾਲਿਆ ਦੇ ਪਹਾੜ ਭਾਰਤ ਦੇ ਡੈਸ਼ ਖੇਤਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ। ਆਪਸ਼ਨਸ ਹਨ A ਉੱਤਰ, B ਪੱਛਮ, C ਦੱਖਣ ਜਾਂ D ਪੂਰਬ। ਆਈ ਰਿਪੀਟ, A ਨਾਰਥ, B ਵੈਸਟ, C ਸਾਊਥ ਔਰ D ਈਸਟ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਜਲਵਾਯੂ ਦੇ ਵਿਗਿਆਨਕ ਅਧਿਐਨ ਜਿਸ ਦੌਰਾਨ ਇੱਕ
ਨਿਸ਼ਚਿਤ ਅਵਧੀ ਵਿੱਚ ਮੌਸਮੀ ਹਾਲਾਤਾਂ ਦੀ ਔਸਤ ਨੂੰ ਵਿਗਿਆਨਕ ਤੌਰ 'ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਨੂੰ ਡੈਸ਼ ਕਹਿੰਦੇ ਹਨ। Dash is the scientific study of climate, scientifically defined as weather conditions averaged over a period of time। यानी एक समय ਦੇ ਦੌਰਾਨ ਮੌਸਮੀ ਹਾਲਾਤਾਂ ਦੀ ਕੱਢੀ ਹੋਈ ਔਸਤ ਦੇ ਵਿਗਿਆਨਕ ਪਰਿਭਾਸ਼ਿਤ ਨਾਂ ਨੂੰ, ਜਿਸ ਨੂੰ ਆਪਾਂ ਜਲਵਾਯੂ ਦਾ ਵਿਗਿਆਨਕ ਅਧਿਐਨ ਵੀ ਕਹਿੰਦੇ ਹਾਂ, ਨੂੰ ਡੈਸ਼ ਕਹਿੰਦੇ ਹਾਂ। ਇਸ ਦੇ ਆਪਸ਼ਨਸ ਹਨ ਬੇਟਾ, ਏ ਖਗੋਲ ਵਿਗਿਆਨ, ਬੀ ਮੌਸਮ ਵਿਗਿਆਨ, ਸੀ ज्योतिष विज्ञान या ज्योतिष शास्त्र, डी जलवायु विज्ञान। आई रिपीट, ए एस्ट्रोनॉमी, बी मेट्रोलॉजी, सी एस्ट्रोलॉजी और डी क्लाइमेटोलॉजी। And the correct answer is अगला प्रश्न है बेटा, डैश वायुमंडली विज्ञाਨਾਂ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਵਾਯੂਮੰਡਲੀ ਰਸਾਇਣਕ ਬਣਤਰ ਅਤੇ ਵਾਯੂਮੰਡਲੀ ਭੌਤਿਕੀ ਸ਼ਾਮਲ ਹੁੰਦੀ ਹੈ ਤੇ ਖਾਸ ਕੇਂਦਰ ਜਿਹੜਾ ਇਸ ਵਿਗਿਆਨ ਦਾ ਮੌਸਮ ਦੀ ਭਵਿੱਖਬਾਣੀ ਕਰਨਾ ਹੁੰਦਾ ਹੈ। ਆਈ ਰਿਪੀਟ, Dash is a branch of the atmospheric sciences which include atmospheric chemistry and atmospheric physics with a major focus on weather forecasting। Dash ਵਾਯੂਮੰਡਲੀ ਵਿਗਿਆਨਾਂ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਵਾਯੂਮੰਡਲੀ ਰਸਾਇਣਕ ਤੰਤਰ ਅਤੇ ਵਾਯੂਮੰਡਲੀ ਭੌਤਿਕੀ ਸ਼ਾਮਲ ਹੁੰਦੀ ਹੈ ਜਿਸ ਦਾ ਮੁੱਖ ਕੇਂਦਰ ਬਿੰਦੂ ਮੌਸਮ ਦੀ ਭਵਿੱਖਬਾਣੀ ਕਰਨਾ ਹੁੰਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਖਗੋਲ ਵਿਗਿਆਨ, ਬੀ ਮੌਸਮ ਵਿਗਿਆਨ, ਸੀ ज्योतिष विज्ञान या ज्योतिष शास्त्र, डी जलवायु विज्ञान। आई रिपीट, ए एस्ट्रोनॉमी, बी मेट्रोलॉजी, सी एस्ट्रोलॉजी और डी क्लाइमेटोलॉजी। And the correct answer is ਅਗਲਾ ਪ੍ਰਸ਼ਨ ਹੈ, ਡੈਸ਼ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ। ਡੈਸ਼ ਪਾਸਿਸ ਥਰੂ ਦ ਮਿਡਲ ਆਫ ਇੰਡੀਆ। ਡੈਸ਼ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਮਕਰ ਰੇਖਾ, ਬੀ ਕਰਕ ਰੇਖਾ, ਸੀ ਭੂਮਧ ਰੇਖਾ ਜਾਂ ਡੀ ਇਹ ਤਿੰਨੇ ਹੀ। ਆਈ ਰਿਪੀਟ, ਏ ਟ੍ਰੋਪਿਕ ਆਫ ਕੈਪਰੀਕॉर्न, ਬੀ ਟ੍ਰੋਪਿਕ ਆਫ ਕੈਂਸਰ, ਸੀ ਇਕੁਏਟਰ और डी all of these। I repeat, A मकर रेखा, B कर्क रेखा, C भूमध्य रेखा या D ये तिन्ने ही। And the correct answer is अगला प्रश्न है बेटा, कर्क रेखा दे नेड़े डैश इलाके भूमध रेखा दे नेड़े हैं। भारत की गल करदा, एरियाज
dash of the Tropic of Cancer are closer to the equator in India। ਭਾਰਤ ਵਿੱਚ ਕਰਕ ਰੇਖਾ ਦੇ ਡੈਸ਼ ਇਲਾਕੇ ਭੂਮਧ ਰੇਖਾ ਦੇ ਨੇੜੇ ਹਨ। ऑप्शंस हैं ए उत्तर, बी पश्चिम, सी दक्षिण या डी पूर्व। आई रिपीट, ए नॉर्थ, बी वेस्ट, सी साउथ और डी ईस्ट। And the correct answer is अगला प्रश्न है बेटा, ਜਿਹੜੇ ਦੇਸ਼ ਭੂਮਧ ਰੇਖਾ ਉੱਤੇ ਸਥਿਤ ਹਨ ਉਹ ਸਾਰਾ ਸਾਲ ਡੈਸ਼ ਰੁੱਤ, ਤਕਰੀਬਨ ਸਾਰਾ ਸਾਲ ਡੈਸ਼ ਰੁੱਤ ਦਾ ਅਨੁਭਵ ਕਰਦੇ ਹਨ। ਕੰਟਰੀਜ਼ ਸਿਚੁਏਟਡ ਔਨ ਇਕੁਏਟਰ ਐਕਸਪੀਰੀਅੰਸ ਡੈਸ਼ ਸੀਜ਼ਨ ਆਲਮੋਸਟ ਥਰੂ ਆਊਟ ਦ ਈਅਰ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਭੂਮਧ ਰੇਖਾ ਦੇ ਉੱਤੇ ਸਥਿਤ ਜ਼ਿਆਦਾਤਰ ਦੇਸ਼, ਸਾਰੇ ਹੀ ਦੇਸ਼ ਲਾ ਲਓ, ਤਕਰੀਬਨ ਸਾਰਾ ਸਾਲ ਉੱਥੇ ਡੈਸ਼ ਰੁੱਤ ਹੁੰਦੀ ਹੈ। ਠੀਕ ਹੈ, ਸਮਝ ਲੱਗੀ? ਜਿਹੜੇ ਦੇਸ਼ ਭੂਮਧ ਰੇਖਾ 'ਤੇ ਸਥਿਤ ਹਨ ਉੱਥੇ ਲਗਭਗ ਸਾਰਾ ਸਾਲ ਡੈਸ਼ ਰੁੱਤ ਹੁੰਦੀ ਹੈ। इसके ऑप्शन हैं बेटा, ए गर्मी, बी सर्दी, सी बरसात या डी इन्हां विच कोई भी नहीं। ए समा, बी विंटर, सी रेनी और डी नन ऑफ दीज। And the correct answer is अगला प्रश्न है बेटा, मुंबई ਵਿੱਚ ਸਾਰਾ ਸਾਲ ਸਮ ਜਲਵਾਯੂ ਰਹਿੰਦਾ ਹੈ, यानी ना ज़्यादा गर्मी ਹੁੰਦੀ ਹੈ ਤੇ ਨਾ ज़्यादा ਠੰਡ ਹੁੰਦੀ ਹੈ, ਕਿਉਂਕਿ ਇਹ ਡੈਸ਼ ਦੇ ਨੇੜੇ ਹੈ। ਮੁੰਬਈ ਐਕਸਪੀਰੀਐਂਸਿਸ ਮੋਡਰੇਟ ਕਲਾਈਮੇਟ ਥਰੂ ਆਊਟ ਦ ਈਅਰ ਬਿਕੋਜ਼ ਇਟ ਇਜ਼ ਕਲੋਜ਼ ਟੂ ਡੈਸ਼। ਮੁੰਬਈ ਦੇ ਵਿੱਚ ਸਾਰਾ ਸਾਲ ਸਮ ਜਲਵਾਯੂ ਰਹਿੰਦਾ ਹੈ ਕਿਉਂਕਿ ਮੁੰਬਈ ਡੈਸ਼ ਦੇ ਨੇੜੇ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਭੂਮਧ ਰੇਖਾ, ਬੀ ਸਾਗਰ, ਸੀ ਗੋਆ ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। आई रिपीट, ए इक्वेटर, बी सी गोवा और डी नन ऑफ दीज। And the correct answer is अगला प्रश्न है बेटा, ਅੰਮ੍ਰਿਤਸਰ ਸਰਦੀਆਂ ਦੀ ਰੁੱਤ ਵਿੱਚ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਗਰਮੀਆਂ ਦੀ ਰੁੱਤ ਵਿੱਚ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਇਸ ਦੀ ਡੈਸ਼ ਤੋਂ ਦੂਰੀ ਹੁੰਦੀ ਹੈ। I repeat, Amritsar is too cold in winter season and too hot in summer because of its distance from the dash। ਅੰਮ੍ਰਿਤਸਰ ਸਰਦੀਆਂ ਵਿੱਚ ਜ਼ਿਆਦਾ ਠੰਡਾ ਅਤੇ ਗਰਮੀਆਂ ਵਿੱਚ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਇਸ ਦੀ ਡੈਸ਼ ਤੋਂ ਦੂਰੀ ਹੁੰਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਬੱਦਲ, ਬੀ ਸਾਗਰ, ਸੀ ਮੁੰਬਈ ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, ए क्लाउड्स, बी सी मुंबई और डी
none of these. And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਦਾ ਡੈਸ਼ ਹਿੱਸਾ ਇੱਕ ਮਾਰੂਥਲ ਹੋਣਾ ਸੀ ਜੇਕਰ ਹਿਮਾਲਿਆ ਦੇ ਪਹਾੜ ਨਾ ਹੁੰਦੇ। I repeat, dash India would have been a desert area in the absence of Himalayan mountains. ਡੈਸ਼ ਭਾਰਤ ਇੱਕ ਮਾਰੂਥਲੀ ਇਲਾਕਾ ਹੋਣਾ ਸੀ ਜੇ ਹਿਮਾਲਿਆ ਦੇ ਪਹਾੜ ਨਾ ਹੁੰਦੇ। ਆਪਸ਼ਨਸ ਹਨ ਏ ਉੱਤਰ, ਬੀ ਪੱਛਮ, ਸੀ ਦੱਖਣ ਜਾਂ ਡੀ ਪੂਰਬ। ਆਈ ਰਿਪੀਟ, ਏ ਨਾਰਥ, B west, C south or D east. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਮੌਨਸੂਨ ਦਾ ਜੂਆ ਅਕਸਰ ਕਿਸ ਨੂੰ ਕਿਹਾ ਜਾਂਦਾ ਹੈ? What is often called the gamble of monsoons? ਮੌਨਸੂਨ ਦਾ ਜੂਆ ਅਕਸਰ ਕਿਸ ਨੂੰ ਕਿਹਾ ਜਾਂਦਾ ਹੈ? ਇਸ ਦੇ ਆਪਸ਼ਨਸ ਹਨ ਬੇਟਾ, ਏ ਭਾਰਤੀ ਨਦੀਆਂ, ਬੀ ਭਾਰਤੀ ਅਰਥ ਵਿਵਸਥਾ, ਸੀ ਭਾਰਤੀ ਝੰਡਾ ਜਾਂ ਡੀ ਭਾਰਤੀ ਵਰਖਾ ਰੁੱਤ ਜਾਂ ਵਰਖਾ। ਆਈ ਰਿਪੀਟ, ਏ ਇੰਡੀਅਨ ਰਿਵਰਸ, B Indian economy, C Indian flag or D Indian rainfall. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਪੱਛਮੀ ਜੈਟ ਸਟਰੀਮ ਡੈਸ਼ ਦੁਆਰਾ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ। ਵੈਸਟਰਲੀ ਜੈਟ ਸਟਰੀਮ ਇਜ਼ ਬਾਈਫਰਕੇਟਿਡ ਬਾਈ ਡੈਸ਼। ਪੱਛਮੀ ਜੈਟ ਸਟਰੀਮ ਡੈਸ਼ ਦੁਆਰਾ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਪੱਛਮੀ ਘਾਟ, ਬੀ ਪੂਰਬੀ ਘਾਟ, ਸੀ ਅਰਾਵਲੀ ਦੇ ਪਹਾੜ ਔਰ ਡੀ ਹਿਮਾਲਿਆ ਦੇ ਪਹਾੜ। ਆਈ ਰਿਪੀਟ, ਏ ਵੈਸਟਰਨ ਘਾਟਸ, ਬੀ ਈਸਟਰਨ ਘਾਟਸ, ਸੀ ਅਰਾਵਲੀਜ਼ ਔਰ ਡੀ ਹਿਮਾਲਿਆਸ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਨਵੀਨਾਂ ਲੱਦੀਆਂ ਹੋਈਆਂ ਪੌਣਾ ਡੈਸ਼ ਲਿਆਉਂਦੀਆਂ ਹਨ। ਮੋਇਸਚਰ ਲੇਡਨ winds cause dash, moisture laden winds cause dash। ਨਵੀਨਾਂ ਲੱਦੀਆਂ ਹੋਈਆਂ ਪੌਣਾ ਡੈਸ਼ ਲਿਆਉਂਦੀਆਂ ਹਨ। ਇਸ ਦੇ ਆਪਸ਼ਨਸ ਹਨ ਬੇਟਾ, ਏ ਵਰਖਾ, ਬੀ ਪ੍ਰਦੂਸ਼ਣ, ਸੀ ਸੋਕਾ ਜਾਂ ਡੀ ਭੂਚਾਲ। ਆਈ ਰਿਪੀਟ, ਏ ਰੇਨਫਾਲ, ਬੀ ਪੋਲਿਊਸ਼ਨ, ਸੀ ਡਰਾਟ ਔਰ ਡੀ ਅਰਥਕਵੇਕ। and the correct answer is ਅਗਲਾ ਪ੍ਰਸ਼ਨ ਹੈ ਬੇਟਾ, 1 ਡਿਗਰੀ ਸੈਂਟੀਗ੍ਰੇਡ ਤਾਪਮਾਨ ਕਿੰਨੇ ਮੀਟਰ ਉਚਾਈ ਵਧਣ ਤੇ ਘਟਦਾ ਹੈ? 1 degree centigrade temperature decreases
after how many meters increase in height? 1 डिग्री सेंटीग्रेड तापमान किन्ने मीटर उचाई ਵਧਣ ਤੇ ਘਟਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ A 65 ਮੀਟਰ, B 165 ਮੀਟਰ, C 265 ਮੀਟਰ ਜਾਂ D 365 ਮੀਟਰ। I repeat, A 65 meters, B 165 meters, C 265 meters or D 365 meters. And the correct answer is ਬੇਟਾ ਹੁਣ ਜਲਦੀ ਤੋਂ ਜਲਦੀ ਆਪਣੇ ਆਨਸਰਸ ਲੌਗ ਕਰ ਦਿਓ, ਪਿਕਚਰ ਖਿੱਚੋ ਤੇ WhatsApp ਗਰੁੱਪ ਵਿੱਚ ਸੈਂਡ ਕਰੋ। ਜਿਹੜੇ ਬੱਚੇ WhatsApp ਗਰੁੱਪ 'ਚ ਹਾਲੇ ਐਡ ਨਹੀਂ ਹੋਏ ਉਹ ਡਿਸਕ੍ਰਿਪਸ਼ਨ ਵਿੱਚ ਜਾਣ, ਉੱਥੇ WhatsApp ਗਰੁੱਪ ਜੁਆਇਨ ਕਰ ਲੈਣ। ਥੈਂਕ ਯੂ ਬੇਟਾ, ਬਾਏ ਬਾਏ। ਸਾਰੇ ਵਿਨਰਸ ਨੂੰ ਬਹੁਤ ਬਹੁਤ ਵਧਾਈ ਇੱਕ ਵਾਰ ਫਿਰ।